ਲਾਰੈਂਸ ਬਿਸ਼ਨੋਈ ਗੈਂਗ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਭੇਜੀ ਧਮਕੀ ਭਰੀ ਮੇਲ। ਸੂਤਰਾਂ ਦੇ ਹਵਾਲੇ ਤੋਂ ਖਬਰ ਬੇਟੇ ਤੋਂ ਵੀ ਬੁਰਾ ਹਸ਼ਰ ਕਰਨ ਦੀ ਦਿੱਤੀ ਧਮਕੀ। ਪੁਲਿਸ ਨੇ ਸ਼ੁਰੂ ਕੀਤੀ ਜਾਂਚ। ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਆਮ ਆਦਮੀ ਪਾਰਟੀ ਦੇ ਐਮਐਲਏ ਬਲਜਿੰਦਰ ਕੌਰ ਪਤੀ ਨੇ ਜੜਿਆ ਥੱਪੜ। ਸੀਸੀਟੀਵੀ ਵਿੱਚ ਕੈਦ ਹੋਇਆ ਪੂਰਾ ਥੱਪੜ ਕਾਂਡ। विधायक के थप्पड़ कांड ਨੂੰ ਲੈ ਕੇ उठी एक्शन की मांग। महिला बाल विकास मंत्री डॉक्टर बलजीत कौर बोले सीएम तुरंत लैन एक्शन। महिला कमिश्नर ने सुमोटो लैन की कही गल। एसजीपीसी ने बंदी सिखा की रिहाई लेके अज बुलाई बैठक। दोपहर 12 बजे तेजाज सिंह समुद्री हाल दे विच होवेगी मीटिंग। अगे की रणनीति ते होवेगी चर्चा। कल 9 बंदी सिखा की रिहाई ਨੂੰ ਲੈ ਕੇ पीएम ਨੂੰ लिखी सी चिट्ठी। ਅੱਜ ਤੋਂ ਹਰਿਆਣਾ ਦੇ 2 ਦਿਨੀ ਦੌਰੇ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਕੈਥਲ ਦੀ ਅਨਾਜ ਮੰਡੀ ਦੇ ਵਿੱਚ ਕਰਨਗੇ ਰੈਲੀ। ਸੀਐਮ ਖੱਟਰ ਸਮੇਤ ਸੂਬੇ ਦੀ तमाम ਲੀਡਰਸ਼ਿਪ ਰਹੇਗੀ ਮੌਜੂਦ। ਮੋਗਾ ਦੇ ਵਿੱਚ ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਦੀਪ ਸੂਰੀ ਅਤੇ ਭਾਜਪਾ ਆਗੂ ਰਾਜਪਾਲ ਦੇ ਵਿਚਾਲੇ ਤਿੱਖੀ ਬਹਿਸ। ਮੌਕੇ ਤੇ ਪੁਲਿਸ ਨੇ ਸਾਂਭੀ ਸਥਿਤੀ। ਦੋਹਾਂ ਧਿਰਾਂ ਦੀ ਸ਼ਿਕਾਇਤ ਤੇ ਮਾਮਲਾ ਦਰਜ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਪੰਜਾਬ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਉਮੀਦ ਹੈ ਤੁਸੀਂ ਸਾਰੇ ਖੈਰਿਅਤ ਨਾਲ ਹੋਵੋਗੇ। ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਰਦੇ ਹਾਂ ਸਿੱਧੂ ਮੂਸੇਵਾਲਾ ਤੋਂ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਆਈ ਹੈ। ਦੱਸਦੇ ਕਿ ਲਾਰੈਂਸ ਗਰੁੱਪ ਦੇ ਵੱਲੋਂ ਬਲਕੌਰ ਸਿੰਘ ਨੂੰ ਇਹ ਧਮਕੀ ਮਿਲੀ ਹੈ। ਈਮੇਲ ਦੇ ਜ਼ਰੀਏ ਮੂਸੇਵਾਲਾ ਦੇ ਪਿਤਾ ਨੂੰ ਇਹ ਧਮਕੀ ਭੇਜੀ ਗਈ ਹੈ। ਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ ਸੁਧਰ ਜਾ ਨਹੀਂ ਤਾਂ ਬੇਟੇ ਤੋਂ ਵੀ ਬੁਰਾ ਹਸ਼ਰ ਹੋਏਗਾ। ਤੇਰੀ ਵਜ੍ਹਾ ਦੇ ਨਾਲ ਮਨੂ ਤੇ ਰੂਪੇ ਦੇ ਐਨਕਾਊਂਟਰ ਹੋਇਆ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਜਾਣਕਾਰੀ ਜਿਹੜੀ ਹੈ ਸਾਹਮਣੇ ਆਉਂਦੀ ਰਹੀ ਹੈ। ਖੁਦ ਬਲਕੌਰ ਸਿੰਘ ਵੀ ਇਸ ਦਾ ਜ਼ਿਕਰ ਕਰਦੇ ਰਹੇ ਨੇ ਕਿ ਜਿੰਨਾ ਮਰਜ਼ੀ ਧਮਕਾਇਆ ਜਾਏ ਡਰਨ ਵਾਲਾ ਨਹੀਂ ਆ। ਮੇਰਾ ਪੁੱਤ ਚਲਾ ਗਿਆ ਤਾਂ ਪਿੱਛੇ ਮੈਨੂੰ ਹੁਣ ਕਿਸੇ ਚੀਜ਼ ਦਾ ਅਜਿਹਾ ਡਰ ਨਹੀਂ ਹੈ ਕਿ ਮੈਂ ਕੁਝ ਗਵਾਵਾਂਗਾ, ਯਾਨੀ ਕਿ ਜੇ ਮੈਂ ਆਪਣਾ ਆਪ ਵੀ ਖੋ ਦੇਵਾਂ ਤਾਂ ਮੈਨੂੰ ਕੋਈ ਉਸ ਦੇ ਵਿੱਚ ਸ਼ਿਕਨ ਨਹੀਂ ਹੋਏਗਾ, ਕਿਉਂਕਿ ਮੈਂ ਅਤੇ ਮੇਰੇ ਜਿਹੜਾ ਪਰਿਵਾਰ ਹੈ ਹੁਣ ਸਾਰਾ ਇਸ ਨੂੰ ਲੈ ਕੇ ਸਮਰਪਿਤ ਹੈ ਕਿ ਇਨਸਾਫ ਮਿਲਣਾ ਚਾਹੀਦਾ ਹੈ। मनोज राठी ने फोन लाइन से ज्यादा जानकारी ली। मनोज की कुछ जानकारी है जो ये धमकी हुण फिर तो आई है। देखो गुरजोत ये जी धमकी आई है, हालांकि ये हुण एफबी पोस्ट दी नहीं बल्कि मेल दे राही इन्होंने जी धमकी दी है। जिद्दां तुसीं भी जिक्र किया कि लगातार सिद्धू मूसेवाले दे जिहड़े फादर है वो साफ तौर पर कहते नजर आ रहे हैं कि हजे भी इंसाफ बाकी है। लेकिन ये जी धमकी आई है ਤੁਸੀਂ ਸੁਧਰ ਜੋ ਨਹੀਂ ਤਾਂ ਤੁਹਾਡਾ ਹਾਲ ਜਿਹੜਾ ਹੈਗਾ ਉਹ ਤੁਹਾਡੇ ਬੇਟੇ ਤੋਂ ਵੀ ਮਾੜਾ ਹੋਏਗਾ। ਤੇ ਸਾਡੇ ਜਿਹੜੇ ਸਾਥੀ ਹੈ ਮਨੂ ਤੇ ਜਗਰੂ ਉਹਨਾਂ ਦਾ ਇਨਕਾਊਂਟਰ ਹੋਇਆ। ਤੇਰੀ ਬਾਰ-ਬਾਰ ਸ਼ਿਕਾਇਤਾਂ ਇਹ ਸਾਰੀ ਚੀਜ਼ਾਂ ਹੋ ਰਹੀਆਂ, ਤੁਸੀਂ ਸੁਧਰ ਜੋ। ਇਸ ਤਰ੍ਹਾਂ ਦੀ ਜਿਹੜੀ ਇਹ ਆਈ ਹੈ ਧਮਕੀ ਕੱਲ ਹੀ ਕਰੀਬ 1 ਵਜੇ ਕਰੀਬ ਇਹ ਮੇਲ ਦੇ ਥਰੂ ਧਮਕੀ ਆਈ ਹੈ। ਹਾਲਾਂਕਿ ਸਾਡੀ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਹੋਈ ਹੈ ਤੇ ਉਹਨਾਂ ਦਾ ਵੀ ਕਹਿਣਾ ਹੈ ਕਿ ਇਹਦੇ ਵਿੱਚ ਸਾਰੀ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਆਈਟੀ ਤੇ ਸਾਈਬਰ ਸੈੱਲ ਮਿਲ ਕੇ ਇਹ ਸਾਰਾ ਜਿਹੜਾ ਹੈਗਾ ਉਹ ਰਿਪੋਰਟ ਮੰਗਵਾਈ ਜਾ ਰਹੀ ਹੈ ਕਿ ਇਹ ਕਿੱਥੋਂ ਆਈ ਹੈ, ਕਿਉਂਕਿ ਮੇਲ ਦੇ ਥਰੂ ਆਈ। ਆਈਟੀਪੀ ਓਟੀਪੀ ਐਡਰੈਸ ਜਿਹੜਾ ਹੁੰਦਾ ਹੈ ਉਹ ਸਾਰਾ ਜਿਹੜਾ ਹੈਗਾ ਉਹ ਚੈੱਕ ਕੀਤਾ ਜਾ ਰਿਹਾ, ਕਿਉਂਕਿ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਜਿਸ ਤਰ੍ਹਾਂ ਜ਼ਿਕਰ ਹੋਇਆ ਸੀਗਾ ਕਿ ਪਹਿਲਾਂ ਵੀ ਧਮਕੀ ਆਈ ਸੀ, ਲੇਕਿਨ ਹੁਣ ਇਹ ਇਹਨੂੰ ਹਲਕੇ ਜੀ ਨਹੀਂ ਲੈ ਸਕਦੇ। ਜਿਸ ਤਰ੍ਹਾਂ ਦੀ ਇਹ ਧਮਕੀ ਲਿਖੀ ਗਈ ਹੈ, ਸੋਪੂ ਪਾਰਟੀ ਦਾ ਵੀ ਜਿਹੜਾ ਹੈਗਾ ਉਹ ਜ਼ਿਕਰ ਕੀਤਾ ਗਿਆ ਤੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਇਹ ਸ਼ੂਟਰ ਏਜੇ ਲਾਰੈਂਸ ਇਹਦੇ ਇਸ ਮੇਲ ਦੇ ਥਰੂ ਜਿਹੜਾ ਆਇਆ ਉਹਦੇ ਵਿੱਚ ਸੰਪਤ ਨਹਿਰਾ ਲਾਰੈਂਸ ਗਰੁੱਪ ਜਿਹੜਾ ਹੈਗਾ ਇਹ ਸਾਰੇ ਵੱਲੋਂ ਜਿਹੜੀ ਹੈ ਇਹ ਮੇਲ ਆਈ ਹੈ। ਹਾਲਾਂਕਿ ਇਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ, ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਗੁਰਜੋਤ ਕਿ ਇਸ ਤਰ੍ਹਾਂ ਦੀ ਲਗਾਤਾਰ ਧਮਕੀਆਂ। ਹੁਣ ਇੰਨੀ ਵੱਡੀ ਗੱਲ ਕਹਿਣਾ ਕਿ ਤੁਸੀਂ ਬਾਰ-ਬਾਰ ਸ਼ਿਕਾਇਤਾਂ ਕਰ ਰਹੇ ਹੋ, ਇਸ ਕਰਕੇ ਸਾਡੇ ਜਿਹੜੇ 2 ਭਰਾ ਨੇ ਉਹ ਮਾਰੇ ਗਏ, ਉਹਨਾਂ ਦਾ ਇਨਕਾਊਂਟਰ ਕਰਤਾ ਪੁਲਿਸ ਨੇ, ਤਾਂ ਤੁਸੀਂ ਸੁਧਰ ਜੋ। ਇਹ ਬਹੁਤ ਕਹਿ ਸਕਦੇ ਹਾਂ ਕਿ ਇਹ ਜਾਂਚ ਦਾ ਵਿਸ਼ੇ ਹੈਗਾ ਤੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਨ ਚ ਵੀ ਜੁਟ ਗਈ ਹੈ। ਜੀ ठीक है मनोज, धन्यवाद है तमाम जानकारी दे रही। हुण धमकी आई है और धमकी भरी ईमेल आई है। ईमेल दे विच जिक्र किया गया कि सुधर जाओ नहीं तो हशर बुरा होएगा। और इस इलावा कहा गया कि बार बार जो शिकायत की जा रही पर सीधे तौर पर बलकौर सिंह की गल की जाए तो उन्होंने कहना कि इंसाफ लैके आएंगे, बेशक जो मर्जी जिहड़ा मर्जी धमकाउंदा रहे, कोई फर्क नहीं पैंदा। ਅੱਗੇ ਵਧਦੇ ਹਾਂ ਤਾਂ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਮਹਿਲਾ ਵਿਧਾਇਕ ਬਲਜਿੰਦਰ ਕੌਰ ਘਰੇਲੂ ਹਿੰਸਾ ਦਾ ਸ਼ਿਕਾਰ ਹੋਏ ਨੇ। ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਵਿਧਾਇਕ
ਬਲਜਿੰਦਰ ਕੌਰ ਦਾ ਪਤੀ ਸੁਖਰਾਜ ਸਿੰਘ ਉਹਨਾਂ ਦੇ ਥੱਪੜ ਮਾਰਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਤਲਵੰਡੀ ਸਾਬੋ ਵਿਚਲੇ ਬਲਜਿੰਦਰ ਕੌਰ ਦੇ ਘਰ ਦੀ ਹੈ। 10 ਜੁਲਾਈ ਦੀ ਇਹ ਵੀਡੀਓ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ। ਇਸ ਵੀਡੀਓ ਦੇ ਵਿੱਚ ਵਿਧਾਇਕ ਬਲਜਿੰਦਰ ਕੌਰ ਤੇ ਉਹਨਾਂ ਦੇ ਪਤੀ ਸੁਖਰਾਜ ਸਿੰਘ ਦੇ ਵਿਚਾਲੇ ਕਿਸੇ ਗੱਲ ਤੇ ਤਕਰਾਰ ਹੁੰਦੀ ਨਜ਼ਰ ਆ ਰਹੀ ਹੈ ਤਾਂ ਸੁਖਰਾਜ ਸਿੰਘ ਅਚਾਨਕ ਉੱਠ ਕੇ ਬਲਜਿੰਦਰ ਕੌਰ ਦੇ ਥੱਪੜ ਮਾਰਦਾ ਹੈ। ਮੌਕੇ ਤੇ ਮੌਜੂਦ ਦੇ ਲੋਕ ਨੇ, ਰਿਸ਼ਤੇਦਾਰ ਨੇ ਜੋ ਐਕਸ਼ਨ ਚਾਹੁੰਦੇ ਨੇ, ਸੁਖਰਾਜ ਨੂੰ ਧੱਕ ਕੇ ਦੂਰ ਲੈ ਕੇ ਜਾਂਦੇ ਨੇ। ਉਸ ਤੋਂ ਬਾਅਦ ਬਲਜਿੰਦਰ ਕੌਰ ਰੋਂਦੇ ਹੋਏ ਦਿਖਾਈ ਦੇ ਰਹੇ ਨੇ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਅਸੀਂ ਕਿ ਮਹਿਲਾ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਨੇ ਨਿਊਜ਼ 18 ਤੇ ਕਿਹਾ ਕਿ ਇਸ ਮਾਮਲੇ ਦਾ ਮੁੱਖ ਮੰਤਰੀ ਨੂੰ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ। ਤਸਵੀਰਾਂ ਸਾਫ਼ ਤੌਰ ਤੇ ਨਜ਼ਰ ਆ ਰਹੀਆਂ ਨੇ। ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਸਭ ਕੁਝ ਘਰ ਦੇ ਵਿੱਚ ਹੋ ਰਿਹਾ ਹੈ। ਬੈਠੇ ਹੋਏ ਨੇ ਉਹਨਾਂ ਦੇ ਪਤੀ, ਪਰ ਇੱਕਦਮ ਤੋਂ ਉੱਠ ਕੇ ਬਲਜਿੰਦਰ ਕੌਰ ਵਿਧਾਇਕਾ ਦੇ ਥੱਪੜ ਜੜਦੇ ਨੇ। ਹਾਲਾਂਕਿ ਘਰੇਲੂ ਮਸਲੇ ਅਮੂਮਨ ਤੌਰ ਤੇ ਹਰ ਘਰ ਦੇ ਵਿੱਚ ਹੁੰਦੇ ਨੇ ਔਰ ਇਸ ਤਰ੍ਹਾਂ ਦੀ ਤਸਵੀਰ ਕਹਿ ਸਕਦੇ ਕਿ ਹਰ ਘਰ ਦੇ ਵਿੱਚ ਨਜ਼ਰ ਆਉਂਦੀ ਹੋਏਗੀ, ਪਰ ਜੇਕਰ ਥੱਪੜ ਜੜਿਆ ਜਾਂਦਾ ਕਿਉਂਕਿ ਗੱਲਬਾਤ ਦੇ ਰਾਹੀਂ ਵੀ ਮਸਲਾ ਹੱਲ ਹੋ ਸਕਦਾ ਹੈ। ਤੇ ਇੱਥੇ ਖਾਸ ਤਾਂ ਵੀ ਹੈ ਕਿਉਂਕਿ ਉਹ ਨੁਮਾਇੰਦਾ ਜੋ ਲੋਕਾਂ ਦਾ ਚੁਣਿਆ ਹੋਵੇ, ਲੋਕਾਂ ਨੇ ਵੋਟਾਂ ਪਾ ਕੇ ਵਿਧਾਨ ਸਭਾ ਭੇਜਿਆ ਹੋਵੇ, ਕਿਉਂਕਿ ਉਹਨਾਂ ਦੇ ਮਸਲੇ ਜਿਹੜੇ ਆ ਚੁੱਕੇ ਜਾਣਗੇ ਤਾਂ ਉਹਨਾਂ ਦੇ ਨਾਲ ਜੇਕਰ ਅਜਿਹਾ ਹੁੰਦਾ ਹੈ ਤਾਂ ਸਿੱਧੇ ਤੌਰ ਤੇ ਸਵਾਲ ਵੱਡੇ ਨੇ। ਅਗਰ ਇਸ ਤਰ੍ਹਾਂ ਦਾ ਕੁਝ ਹੋ ਰਿਹਾ ਤਾਂ ਚਲੋ ਮੇਰੇ ਧਿਆਨ ਵਿੱਚ ਲਿਆਂਦਾ ਗਿਆ। ਪਹਿਲੇ ਤਾਂ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੀਆਂ ਪੜ੍ਹੀਆਂ ਲਿਖੀਆਂ ਮਹਿਲਾਵਾਂ ਨੂੰ ਵੀ ਇਸ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਹੋਣਾ ਪੈ ਰਿਹਾ ਔਰ ਜੋ ਵੀ ਸਾਡੇ ਗਵਰਨਮੈਂਟ ਦਾ ਹਿੱਸਾ ਨੇ ਮੈਡਮ, ਤੇ ਬਹੁਤ ਅੱਛਾ ਸਟੇਟਸ ਉਹਨਾਂ ਦਾ ਰਿਹਾ ਤੇ ਜੋ ਮੇਰੀ ਬਣਦੀ ਜ਼ਿੰਮੇਵਾਰੀ ਹੈ, ਮੇਰੇ ਤੱਕ ਕੇਸ ਆਉਂਦਾ ਤਾਂ ਮੈਂ ਉਹਦੇ ਤੇ ਐਕਸ਼ਨ ਵੀ ਲਵਾਂਗੀ। ਬਿਲਕੁਲ ਐਕਸ਼ਨ ਵੀ ਲੈਣਾ ਵੀ ਚਾਹੀਦਾ ਹੈ, ਪਰ ਡਾਕਟਰ ਬਲਜੀਤ ਕੌਰ ਤੁਸੀਂ ਖੁਦ ਇੱਕ ਮਹਿਲਾ ਹੋ। ਮਹਿਲਾਵਾਂ ਦੇ ਖਿਲਾਫ ਹਿੰਸਾ ਦਾ ਮਸਲਾ ਜਿਹੜਾ ਹੈਗਾ ਉਹ ਬਹੁਤ ਵੱਡੇ ਪੱਧਰ ਤੇ ਚੁੱਕਿਆ ਜਾਂਦਾ ਹੈ। ਲਗਾਤਾਰ ਸਵਾਲ ਉੱਠਦੇ ਨੇ ਕੰਮਕਾਜ ਮਹਿਲਾਵਾਂ ਨੂੰ ਲੈ ਕੇ। ਅਕਸਰ ਇਹ ਸਵਾਲ ਉੱਠਦੇ ਨੇ ਕਿ ਰੋਜ਼ਾਨਾ ਕੰਮਕਾਜ ਦੇ ਲਈ ਘਰੋਂ ਨਿਕਲਣ ਵਾਲੀਆਂ ਮਹਿਲਾਵਾਂ ਘਰ ਵਿੱਚ ਜਦੋਂ ਵਾਪਸ ਜਾਂਦੀਆਂ ਨੇ ਤੇ ਕਿਸ ਤਰੀਕੇ ਦੇ ਮਾਹੌਲ ਦਾ ਸ਼ਿਕਾਰ ਹੁੰਦੀਆਂ ਨੇ। ਪ੍ਰੋਫੈਸਰ ਬਲਜਿੰਦਰ ਕੌਰ ਦੂਜੀ ਵਾਰ ਚੁਣੀ ਗਈ ਵਿਧਾਇਕ, ਜਿਨ੍ਹਾਂ ਨੂੰ ਹਜ਼ਾਰਾਂ ਲੱਖਾਂ ਲੋਕਾਂ ਨੇ ਆਪਣਾ ਪ੍ਰਤੀਨਿਧੀ ਚੁਣਿਆ, ਉਹਨਾਂ ਦੇ ਨਾਲ ਇਸ ਤਰੀਕੇ ਦਾ ਵਤੀਰਾ ਹੋਵੇ ਤਾਂ ਫਿਰ ਕਿਸ ਤਰੀਕੇ ਦੇ ਰਿਐਕਸ਼ਨ ਇੱਕ ਮਹਿਲਾ ਹੋਣ ਦੇ ਨਾਤੇ ਤੁਸੀਂ ਕੀ ਸੋਚਦੇ ਹੋ? ਦੇਖੋ, ਮਹਿਲਾ ਹੋਣ ਦੇ ਨਾਤੇ ਚਾਹੇ ਮੈਡਮ ਬਲਜਿੰਦਰ ਕੌਰ ਨੇ ਜਾਂ ਕੋਈ ਮਹਿਲਾ ਸਾਡੇ ਪੰਜਾਬ ਦੀ, ਤਾਂ ਮੇਰਾ ਉਹਦੇ ਤੇ ਐਕਸ਼ਨ ਲੈਣਾ ਬਣਦਾ ਹੀ ਹੈ। ਤਾਂ ਜਦੋਂ ਇੰਨੀ ਵੱਡੀ ਗਿਣਤੀ 'ਚ ਜਿਹੜੀ ਮਹਿਲਾ ਨੂੰ ਲੋਕ ਪਸੰਦ ਕਰਦੇ ਹੋਣ, ਜਿਹਨੂੰ ਇੱਕ ਨਾਇਕਾ ਦੇ ਤੌਰ ਤੇ ਚੁਣਿਆ ਗਿਆ ਹੋਵੇ, ਜੇ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਹੋ ਰਿਹਾ ਤਾਂ ਸਿਰਫ ਮੈਨੂੰ ਨਹੀਂ, ਪੂਰੀ ਗਵਰਨਮੈਂਟ ਨੂੰ, ਮਾਨ ਸਾਹਿਬ ਨੂੰ, ਸਾਰਿਆਂ ਨੂੰ ਹੀ ਇਸ ਤੇ ਐਕਸ਼ਨ ਲੈਣਾ ਪਏਗਾ। ਦੇਖੋ ਜੀ, ਅਗਰ ਇਸ ਤਾਂ ਇਹ ਗੱਲਬਾਤ ਜਿਹੜੀ ਹੈ ਬਲਜੀਤ ਕੌਰ ਔਰ ਦੇ ਵੱਲੋਂ ਕੀਤੀ ਗਈ ਹੈ ਨਿਊਜ਼ 18 ਦੇ ਨਾਲ, ਤਾਂ ਉਹਨਾਂ ਦਾ ਕਹਿਣਾ ਕਿ ਐਕਸ਼ਨ ਲੈਣਾ ਬਣਦਾ ਹੈ। ਪਰ ਤਸਵੀਰ ਜੇਕਰ ਥੋੜੀ ਜਿਹੀ ਸਮਝੀਏ ਤਾਂ ਇਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਬਲਜੀਤ ਕੌਰ ਔਰ ਉਹਨਾਂ ਦੇ ਪਰਿਵਾਰ ਦੇ ਵਿੱਚ ਗੱਲਬਾਤ ਹੋ ਰਹੀ ਹੈ, ਉਹਨਾਂ ਦੇ ਪਤੀ ਦੇ ਵਿੱਚ ਗੱਲਬਾਤ ਹੋ ਰਹੀ ਹੈ। ਪਹਿਲਾਂ ਉਹ ਗੱਲਬਾਤ ਕਰ ਰਹੇ ਨੇ ਔਰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਜਿਵੇਂ ਹੀ ਕਹਿ ਸਕਦੇ ਆ ਕਿ ਉਹਨਾਂ ਦੇ ਪਤੀ ਨੂੰ ਗੁੱਸਾ ਆਉਂਦਾ ਹੈ ਔਰ ਉਹ ਗੱਲਬਾਤ ਕਰਦੇ ਕਰਦੇ ਇੱਕਦਮ ਤੋਂ ਉੱਠ ਕੇ ਥੱਪੜ ਜੜ ਦਿੰਦੇ ਨੇ ਔਰ ਥੱਪੜ ਵੀ ਕਹਿ ਸਕਦੇ ਕਿ ਪੂਰੇ ਰੋਹ ਦੇ ਵਿੱਚ ਆ ਕੇ ਮਾਰਦੇ ਨੇ। ਤਸਵੀਰ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਕਿ ਪੂਰਾ ਇੱਥੇ ਤਕਰਾਰਬਾਜ਼ੀ ਹੋ ਰਹੀ ਹੈ ਘਰ ਦੇ ਵਿੱਚ, ਜਿਸ ਤਰ੍ਹਾਂ ਦੇ ਨਾਲ ਕਈ ਵਾਰ ਹੋ ਜਾਂਦਾ ਹੈ ਉਹ ਜਿਹਾ ਮਾਹੌਲ ਨਜ਼ਰ ਆ ਰਿਹਾ। ਕੁਝ ਰਿਸ਼ਤੇਦਾਰ, ਕੁਝ ਲੋਕ ਕਹਿ ਸਕਦੇ ਆ ਪਰਿਵਾਰ ਦੇ ਜਿਹੜੇ ਨੇ ਨਾਲ ਮੌਜੂਦ ਨੇ, ਮਹਿਲਾ ਵੀ ਮੌਜੂਦ ਹੈ, ਹੋਰ ਜਿਹੜੇ ਲੋਕ ਨੇ ਉਹ ਵੀ ਨੇ, ਤਾਂ ਉਹ ਕੋਸ਼ਿਸ਼ ਕਰਦੇ ਨੇ ਕਿ ਕਿਸੇ ਤਰ੍ਹਾਂ ਦੇ ਨਾਲ ਮਸਲਾ ਸੁਲਝਾਇਆ ਜਾਵੇ ਔਰ ਜਿਵੇਂ ਉਹ ਥੱਪੜ ਜੜਦੇ ਨੇ ਤਾਂ ਫਿਰ ਦੂਰ ਉਹਨਾਂ ਦੇ ਪਤੀ ਸੁਖਰਾਜ ਨੂੰ ਲੈ ਕੇ ਚਲੇ ਜਾਂਦੇ ਨੇ। ਹਾਲਾਂਕਿ ਮਸਲਾ ਇਹ ਬਹੁਤ ਬਿਹਤਰ ਖੁਦ ਹੀ ਵਿਧਾਇਕ ਜਾਣਦੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਜਾਣਦੇ ਨੇ ਕਿ ਗੱਲਬਾਤ ਕੀ ਹੋਈ ਹੋਏਗੀ, ਕਿਸ ਇਸ਼ੂ ਨੂੰ ਲੈ ਕੇ ਇੱਥੇ ਗੱਲਬਾਤ ਹੋ ਰਹੀ ਹੈ। ਪਰ ਸਵਾਲ ਇੱਥੇ ਖੜੇ ਹੋ ਰਹੇ ਨੇ ਜੋ ਥੱਪੜ ਜੜਿਆ ਗਿਆ, ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹੋਏ ਨੇ ਬਲਜਿੰਦਰ ਕੌਰ। ਅੱਗੇ ਵਧਿਆ ਤਾਂ ਮੋਗਾ ਦੇ ਵਿੱਚ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਤੇ ਮੋਗਾ ਬੀਜੇਪੀ ਦੇ ਉਪ ਪ੍ਰਧਾਨ ਰਾਜਪਾਲ ਦੇ ਵਿਚਾਲੇ ਜ਼ਬਰਦਸਤ ਬਹਿਸਬਾਜ਼ੀ ਹੋਈ ਹੈ। ਹਿੰਦੂ ਸੰਗਠਨਾਂ ਨੂੰ ਲੈ ਕੇ ਗੱਲਬਾਤ ਹੋ ਰਹੀ ਸੀ ਅਤੇ ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿਚਾਲੇ ਜ਼ਬਰਦਸਤ ਬਹਿਸਬਾਜ਼ੀ ਹੋਈ ਅਤੇ ਗੱਲ ਹੱਥੋਂ ਪਾਈ ਤੱਕ ਪਹੁੰਚਦੀ ਜਿਹੜੀ ਹੈ ਉਹ ਬਚ ਗਈ, ਕਿਉਂਕਿ ਮੌਕੇ ਤੇ ਮੌਜੂਦ ਪੁਲਿਸ ਨੇ ਸਥਿਤੀ ਸਾਂਭ ਲਈ ਸੀ ਔਰ ਪੁਲਿਸ ਦੇ ਵਾਲੇ ਜਿਹੜੇ ਨੇ ਉਹ ਮੋਗਾ ਬੀਜੇਪੀ ਦੇ ਉਪ ਪ੍ਰਧਾਨ ਰਾਜਪਾਲ ਨੂੰ ਆਪਣੇ ਨਾਲ ਲੈ ਕੇ ਗਏ। ਇਸ ਬਹਿਸਬਾਜ਼ੀ ਦੇ ਬਾਅਦ ਸੂਰੀ ਨੇ ਪੁਲਿਸ ਥਾਣੇ ਦੇ ਵਿੱਚ ਸ਼ਿਕਾਇਤ ਵੀ ਦਿੱਤੀ ਹੈ, ਪਰ ਤਸਵੀਰਾਂ ਸਾਫ਼ ਤੌਰ ਤੇ ਨਜ਼ਰ ਆ ਰਹੀਆਂ ਨੇ ਕਿਸ ਤਰ੍ਹਾਂ ਦੇ ਨਾਲ ਤਕਰਾਰਬਾਜ਼ੀ ਹੋਈ ਔਰ ਤਿੱਖੀ ਬਹਿਸਬਾਜ਼ੀ ਹੋਈ। ਗੱਲ ਹੱਥੋਂ ਪਾਈ ਤੱਕ ਵੀ ਪਹੁੰਚ ਸਕਦੀ ਸੀ, ਪਰ ਪੁਲਿਸ ਜਿਹੜੀ ਹੈ ਮੌਕੇ ਤੇ ਮੌਜੂਦ ਸੀ। ਉਸ ਤੋਂ ਬਾਅਦ ਥਾਣੇ ਦੇ ਵਿੱਚ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਬੀਜੇਪੀ ਦੇ ਵਰਕਰ ਵੀ ਥਾਣੇ ਪਹੁੰਚ ਕੇ ਤੇ ਉਹਨਾਂ ਸੂਰੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ। ਪੁਲਿਸ ਨੇ ਦੋਵੇਂ ਧਿਰਾਂ ਦੀ ਸ਼ਿਕਾਇਤ ਤੇ ਸੰਜੇ ਸੂਰੀ ਤੇ ਰਾਜਪਾਲ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਬਹਿਸਬਾਜ਼ੀ ਦੀ ਇਹ ਵੀਡੀਓ
ਪੂਰੀ ਗਗਨ ਨਹੌਰੀਆ ਦੇ ਘਰ ਵਿਦਾਤ ਨਗਰ ਪਹੁੰਚੇ ਸੀ। ਉੱਥੇ ਕੋਈ ਇਹਨਾਂ ਦੀ ਪਾਰਟੀ ਲੈਵਲ 'ਤੇ ਕੋਈ ਮੀਟਿੰਗ ਸੀ, ਜਿਸ ਸੰਬੰਧੀ ਉੱਥੇ ਰਾਜਪਾਲ ਸਿੰਘ ਬੀਜੇਪੀ ਵਾਈਸ ਪ੍ਰਧਾਨ ਮੋਗਾ ਉਹ ਵੀ ਮੌਜੂਦ ਸੀ। ਜਿੱਥੇ ਇਹਨਾਂ ਦੀ ਕੋਈ ਆਪਸ ਵਿੱਚ ਕੋਈ ਤੂੰ ਮੈਂ ਹੋ ਗਈ ਆ ਤੇ ਸਾਨੂੰ ਉਸ ਤੂੰ ਮੈਂ ਦੇ ਦੌਰਾਨ ਸਾਨੂੰ ਦੋਨਾਂ ਤਰ੍ਹਾਂ ਵੱਲੋਂ ਬੀਜੇਪੀ ਵੱਲੋਂ ਵੀ ਸੁਦੀਪ ਸੂਰੀ ਵੱਲੋਂ ਵੀ ਵੱਖ-ਵੱਖ ਕੰਪਲੇਂਟਾਂ ਮਸੂਲ ਹੋਈਆਂ, ਜਿਸ 'ਚ ਅਸੀਂ ਉਹਨਾਂ ਦੀ ਕਾਰਵਾਈ ਕਰਦੇ ਹੋਏ ਪ੍ਰੀਵੈਂਟਿਵ ਐਕਸ਼ਨ ਲੈ ਲਿਆ। 107 150 CRPC ਤੇ ਦੋਨਾਂ ਪਾਰਟੀਆਂ ਦੇ ਖਿਲਾਫ ਅਸੀਂ ਕਾਰਵਾਈ ਕਰ ਸਕਦੇ। ਤਾਂ ਉਧਰ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਇੱਕ ਬਿਆਨ ਤੋਂ ਬਾਅਦ ਬੰਦੀ ਸਿੱਖਾਂ ਦਾ ਮੁੱਦਾ ਫਿਰ ਤੋਂ ਗਰਮਾ ਗਿਆ ਔਰ ਕੇਂਦਰੀ ਮੰਤਰੀ 2 ਕੇਸਾਂ ਨੂੰ ਛੱਡ ਕੇ ਬੰਦੀ ਸਿੱਖਾਂ ਨੂੰ ਰਿਹਾ ਕਰਨ ਦਾ ਦਾਅਵਾ ਕਰਦੇ ਰਹੇ ਨੇ, ਜਿਸ ਤੋਂ ਬਾਅਦ ਪੰਜਾਬ ਦੀਆਂ ਸਿਆਸੀ ਧਿਰਾਂ ਤੇ ਧਾਰਮਿਕ ਜਥੇਬੰਦੀਆਂ ਕੇਂਦਰ ਤੇ ਬੀਜੇਪੀ ਤੋਂ ਜਵਾਬ ਮੰਗ ਰਹੀਆਂ ਨੇ। 2 को छोड़ करके बाकी पूरी घोषणा इंप्लीमेंट हो गई है। सब लोगों को जिनको छोड़ा जाना था छोड़ा गया है, जिसके डेथ सेंटेंस को लाइफ सेंटेंस में कन्वर्ट करना था वो भी हुआ है। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਇਸ ਬਿਆਨ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਪੀਐਮ ਨੂੰ ਲਿਖੀ ਗਈ ਚਿੱਠੀ ਸਾਹਮਣੇ ਆਈ ਹੈ, ਜਿਸ ਵਿੱਚ 9 ਬੰਦੀ ਸਿੰਘਾਂ ਦੀ ਰਿਹਾਈ ਮੰਗੀ ਗਈ ਹੈ। ਇਹ 9 ਬੰਦੀ ਸਿੰਘ ਨੇ ਗੁਰਦੀਪ ਸਿੰਘ ਖੇੜਾ 32 ਸਾਲਾਂ ਤੋਂ ਬੰਦ ਸੈਂਟਰਲ ਜੇਲ੍ਹ ਅੰਮ੍ਰਿਤਸਰ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ 28 ਸਾਲਾਂ ਤੋਂ ਬੰਦ ਸੈਂਟਰਲ ਜੇਲ੍ਹ ਅੰਮ੍ਰਿਤਸਰ, ਬਲਵੰਤ ਸਿੰਘ ਰਾਜੋਆਣਾ 27 ਸਾਲਾਂ ਤੋਂ ਬੰਦ ਸੈਂਟਰਲ ਜੇਲ੍ਹ ਪਟਿਆਲਾ, ਜਗਤਾਰ ਸਿੰਘ ਹਵਾਰਾ 27 ਸਾਲਾਂ ਤੋਂ ਬੰਦ ਸੈਂਟਰਲ ਜੇਲ੍ਹ ਤਿਹਾੜ, ਲਖਵਿੰਦਰ ਸਿੰਘ ਲੱਖਾ 27 ਸਾਲਾਂ ਤੋਂ ਬੰਦ ਬੁੜੇਲ ਜੇਲ੍ਹ ਚੰਡੀਗੜ੍ਹ, ਗੁਰਮੀਤ ਸਿੰਘ 27 ਸਾਲਾਂ ਤੋਂ ਬੰਦ ਬੁੜੇਲ ਜੇਲ੍ਹ ਚੰਡੀਗੜ੍ਹ, ਸ਼ਮਸ਼ੇਰ ਸਿੰਘ 27 ਸਾਲਾਂ ਤੋਂ ਬੰਦ ਬੁੜੇਲ ਜੇਲ੍ਹ ਚੰਡੀਗੜ੍ਹ, ਪਰਮਜੀਤ ਸਿੰਘ ਪਿਓਰਾ 25 ਸਾਲਾਂ ਤੋਂ ਬੰਦ ਬੁੜੇਲ ਜੇਲ੍ਹ ਚੰਡੀਗੜ੍ਹ, ਜਗਤਾਰ ਸਿੰਘ ਤਾਰਾ 17 ਸਾਲਾਂ ਤੋਂ ਬੰਦ ਬੁੜੇਲ ਜੇਲ੍ਹ ਚੰਡੀਗੜ੍ਹ। ਐਸਜੀਪੀਸੀ ਇਹਨਾਂ 9 ਬੰਦੀ ਸਿੱਖਾਂ ਦੀ ਰਿਹਾਈ ਮੰਗ ਰਹੀ ਹੈ। ਮੋਦੀ ਸਰਕਾਰ ਵੱਲੋਂ ਪਿਛਲੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵੇਲੇ 550 ਸਾਲਾਂ ਵੇਲੇ ਇੱਕ 9 ਸਿੱਖ ਬੰਦੀਆਂ ਦੀ ਜਿਹੜੀ ਲਿਸਟ ਜਾਰੀ ਕੀਤੀ ਗਈ ਸੀ, ਜਿਹਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਤੋੜ ਕੇ ਉਮਰ ਕੈਦ ਵਿੱਚ ਤੇ ਬਾਕੀ ਜਿਹੜੇ ਉਮਰ ਕੈਦ ਵਾਲੇ ਸੀ ਉਹਨੂੰ ਰਿਹਾ ਕਰਨ ਦੀ ਗੱਲ ਆਈ ਸੀ। ਗਜੇਂਦਰ ਸਿੰਘ ਸ਼ੇਖਾਵਤ ਕਹਿ ਰਹੇ ਨੇ ਕਿ ਸਾਨੂੰ ਲਿਸਟ ਹੀ ਨਹੀਂ ਦਿੱਤੀ ਗਈ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮ ਹੈ। ਦੇਖੋ, ਬੀਜੇਪੀ ਬਲਾਤਕਾਰੀਆਂ ਨੂੰ ਛੱਡ ਸਕਦੀ ਆ ਜਿਸ ਤਰੀਕੇ ਨਾਲ ਪਿਛਲੇ ਦਿਨਾਂ 'ਚ ਕੇਸ ਸਾਹਮਣੇ ਆਇਆ, ਲੇਕਿਨ ਪ੍ਰਧਾਨ ਮੰਤਰੀ ਜੀ ਅਨਾਉਂਸ ਕਰਕੇ ਉਰ ਤੇ ਅਮਲ ਨਹੀਂ ਕੀਤਾ ਬੰਦੀ ਸਿੰਘਾਂ ਵਾਲੇ। ਜੇ ਬੜੈਲ ਜੇਲ੍ਹ ਜਾਂਦੇ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ 7 ਜਿਹੜੇ ਹੈਗੇ ਆ ਕੈਦੀ ਬੰਦੀ ਸਿੰਘ ਉੱਥੇ ਨੇ ਜਿਹੜੇ ਇਹਨਾਂ ਦੀ ਗ੍ਰਹਿ ਮੰਤਰਾਲੇ ਨੇ ਫੈਸਲਾ ਕਰਨਾ, ਔਰ ਇੱਕ ਭਾਈ ਬਲਵੰਤ ਸਿੰਘ ਰਾਜੋਆਣਾ ਪਟਿਆਲਾ ਜੇਲ੍ਹ 'ਚ ਬੈਠੇ, ਉਹਦਾ ਵੀ ਫੈਸਲਾ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਕਰਨਾ। ਇਸ ਕਰਕੇ ਆਪਣੇ ਫੈਕਟਸ ਮੰਤਰੀ ਜੀ ਨੂੰ ਪਹਿਲਾਂ ਆਪ ਕਲੀਅਰ ਕਰਨੇ ਚਾਹੀਦੇ। ਲਾਅ ਆਫ ਦਾ ਲੈਂਡ ਇਹ ਹੈ ਵੀ ਜਦੋਂ ਸਜ਼ਾ ਪੂਰੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਵੀ ਦਿਨ ਜਿਹੜਾ ਉਹ ਜੇਲ੍ਹ ਦੇ ਵਿੱਚ ਕੱਟਣਾ ਮੈਂ ਸਮਝਦਾ ਕਿ ਬੜਾ ਗੈਰ ਸੰਵਿਧਾਨਿਕ ਹੈ, ਗੈਰ ਕਾਨੂੰਨੀ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪੀਐਮ ਮੋਦੀ ਨੇ ਬੰਦੀ ਸਿੱਖਾਂ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ ਸੀ। ਕੇਂਦਰੀ ਮੰਤਰੀ ਦਾਅਵਾ ਕਰ ਰਹੇ ਨੇ ਕਿ ਵਾਅਦੇ ਦੇ ਮੁਤਾਬਕ ਬੰਦੀ ਸਿੱਖ ਰਿਹਾ ਕੀਤੇ ਜਾ ਚੁੱਕੇ ਨੇ, ਪਰ ਐਸਜੀਪੀਸੀ ਦੇ ਵੱਲੋਂ ਜਾਰੀ ਲਿਸਟ ਕੇਂਦਰੀ ਮੰਤਰੀ ਦੇ ਦਾਅਵੇ ਤੇ ਸਵਾਲ ਖੜੇ ਕਰ ਰਹੀ ਹੈ। ਬਿਊਰੋ ਰਿਪੋਰਟ, ਨਿਊਜ਼ 18। ਤਾਂ ਕਿ ਵਾਦਿਆਂ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਯਾਨੀ ਕਿ BBMB ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ BBMB ਪੰਜਾਬ ਸਮੇਤ ਬਾਕੀ ਸੂਬਿਆਂ ਦਾ ਵੀ ਹੱਕ ਉਸ ਤੇ ਦੱਸਿਆ ਔਰ ਪਰ ਕੇਂਦਰੀ ਮੰਤਰੀ ਦੇ ਇਸ ਦਾਅਵੇ ਨੂੰ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਇੱਕੋ ਸੁਰ ਦੇ ਵਿੱਚ ਰੱਦ ਕਰ ਦਿੱਤਾ ਤੇ ਪੰਜਾਬ ਬੀਜੇਪੀ ਨੂੰ ਸਟੈਂਡ ਸਪਸ਼ਟ ਕਰਨ ਦੇ ਲਈ ਆਖਿਆ। ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਪੰਜਾਬ ਦੀ ਧਰਤੀ ਤੇ ਬਣਿਆ ਹੈ, ਪਰ ਪੰਜਾਬ ਆਏ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸ਼ੇਖਾਵਤ ਨੇ BBMB ਨੂੰ ਪੰਜਾਬ ਦੇ ਸਮੇਤ 5 ਸੂਬਿਆਂ ਦੀ ਸਾਂਝੀ ਪ੍ਰਾਪਰਟੀ ਦੱਸਿਆ। ਗਜੇਂਦਰ ਸ਼ੇਖਾਵਤ ਨੇ ਦਾਅਵਾ ਕੀਤਾ ਕਿ BBMB ਸਿਰਫ ਪੰਜਾਬ ਦਾ ਬੋਰਡ ਨਹੀਂ ਹੈ, ਇਸ ਤੇ ਦਿੱਲੀ, ਹਰਿयाणा ਤੇ ਰਾਜਸਥਾਨ ਦਾ ਵੀ ਹੱਕ ਬਣਦਾ है। BBMB पंजाब का बोर्ड नहीं है, मैं आपकी जानकारी के लिए बता दूं। भारतीय पाकड़ा ब्यास मैनेजमेंट बोर्ड में सारे स्टेक होल्डर स्टेट्स जो हैं वो सब पार्टनर हैं। मित्र, ऐसा हम नहीं कहिए कि वो पंजाब का बोर्ड है, वो हरियाणा के लिए भी उतना ही महत्वपूर्ण है, दिल्ली के लिए भी उतना ही महत्वपूर्ण है, राजस्थान के लिए भी उतना ही महत्वपूर्ण है। ਕੇਂਦਰੀ ਜਲ ਸਰੋਤ ਮੰਤਰੀ ਦੇ ਇਸ ਦਾਅਵੇ ਤੋਂ ਬਾਅਦ ਪੰਜਾਬ ਦੀ ਸਿਆਸਤ ਦਾ ਪਖਣਾ ਲਾਜ਼ਮੀ ਸੀ। ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਨੇ
ਕੇਂਦਰ ਦੀ ਬੀਜੇਪੀ ਸਰਕਾਰ ਤੇ ਸਵਾਲ ਚੁੱਕੇ ਅਤੇ ਪੰਜਾਬ ਬੀਜੇਪੀ ਤੋਂ ਇਸ ਪੂਰੇ ਮਸਲੇ ਤੇ ਜਵਾਬ ਮੰਗਿਆ। ਪਹਿਲੀ ਗੱਲ ਤੇ ਸ਼ੇਖਾਵਤ ਸਾਹਿਬ ਨੂੰ ਮੇਰਾ ਸਵਾਲ ਇਹ ਆ ਵੀ ਬੀਬੀਐਮਬੀ ਚੋਂ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਕਿਉਂ ਭਾਜਪਾ ਦੀ ਸਰਕਾਰ ਨੇ ਖਤਮ ਕੀਤੀ? ਕਿ ਉਹ ਕੱਲੇ ਸੈਂਟਰ ਦੇ ਰਵੱਈਏ ਤੋਲੇ, ਕਿਉਂਕਿ ਪੰਜਾਬ ਦਾ ਰਵੱਈਆ ਨਹੀਂ ਹੈ। ਬੀਬੀਐਮਬੀ ਚ ਰਿਪੇਰੀਅਨ ਰਾਈਟਸ ਦੀ ਜਿਹੜੀ ਬਾਰ-ਬਾਰ ਗੱਲ ਹੁੰਦੀ ਆ, ਉਹ ਰਿਪੇਰੀਅਨ ਹੱਕ ਨਾ ਹਰਿਆਣੇ ਦਾ ਨਾ ਰਾਜਸਥਾਨ ਦਾ। ਤੇ ਮੈਂ ਤੇ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਦੇਖੋ, ਜਦੋਂ ਹੜ੍ਹ ਆਉਂਦੇ ਆ ਤੇ ਸਭ ਤੋਂ ਵੱਡਾ ਉਜਾੜਾ ਜਿਹੜਾ ਹੈ ਉਹ ਪੰਜਾਬ ਦੀ ਧਰਤੀ ਦਾ ਹੁੰਦਾ ਹੈ, ਪੰਜਾਬ ਦਾ ਹੁੰਦਾ ਹੈ। ਔਰ ਜਦੋਂ ਉਸ ਤੇ ਹੱਕਾਂ ਦੀ ਗੱਲ ਆਉਂਦੀ ਹੈ ਤੇ ਪੰਜਾਬ ਨੂੰ ਇੱਕ ਤਰ੍ਹਾਂ ਦਰਕਨਾਰ ਕਰ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਫਰਵਰੀ 2022 ਦੇ ਵਿੱਚ ਕੇਂਦਰ ਨੇ ਬੀਬੀਐਮਬੀ ਦੇ ਸਥਾਈ ਮੈਂਬਰਾਂ ਨੂੰ ਲੈ ਕੇ ਨਿਯਮ ਬਦਲੇ ਸਨ। ਨਵੇਂ ਨਿਯਮਾਂ ਦੇ ਮੁਤਾਬਕ ਸਥਾਈ ਮੈਂਬਰ ਪੂਰੇ ਭਾਰਤ ਵਿੱਚੋਂ ਕਿਤੋਂ ਵੀ ਲਾਏ ਜਾ ਸਕਦੇ ਨੇ। ਪਹਿਲਾਂ ਬੀਬੀਐਮਬੀ ਦੇ ਵਿੱਚ ਬਿਜਲੀ ਤੇ ਸਿੰਚਾਈ ਦਾ ਸਥਾਈ ਮੈਂਬਰ ਪੰਜਾਬ ਤੇ ਹਰਿਆਣਾ ਤੋਂ ਲੱਗਦਾ ਸੀ ਅਤੇ ਹੁਣ ਕੇਂਦਰੀ ਜਲ ਸਰੋਤ ਮੰਤਰੀ ਦੇ ਨਵੇਂ ਦਾਅਵੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਬਿਊਰੋ ਰਿਪੋਰਟ, ਨਿਊਜ਼ 18। ਤਾਂ ਉਧਰ ਗੈਂਗਸਟਰਾਂ ਤੇ ਹੁਣ ਕੇਂਦਰ ਸਰਕਾਰ ਦੀ ਸਖਤੀ ਤੋਂ ਬਾਅਦ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸਮੇਤ ਕਈ ਖਤਰਨਾਕ ਗੈਂਗਸਟਰਾਂ ਤੇ ਦਿੱਲੀ ਪੁਲਿਸ ਨੇ UAPA ਦੇ ਤਹਿਤ ਕੇਸ ਦਰਜ ਕਰ ਲਿਆ। ਇਹ ਰਿਪੋਰਟ। ਸਿੱਧੂ ਮੂਸੇਵਾਲਾ ਕਤਲकांड ਦੇ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਹੁਣ ਸ਼ਿਕੰਜਾ ਹੋਰ ਕੱਸਿਆ ਜਾ ਰਿਹਾ ਹੈ। ਦਿੱਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੋਵਾਂ ਤੇ UAPA ਦੇ ਤਹਿਤ 2 FIR ਦਰਜ ਕਰ ਲਈਆਂ ਨੇ ਤੇ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਇਹਨਾਂ ਦੀ ਭੂਮਿਕਾ ਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਹ ਕੇਸ ਦਰਜ ਕੀਤਾ ਗਿਆ ਹੈ। ਲਾਰੈਂਸ ਬਿਸ਼ਨੋਈ ਇਸ ਵੇਲੇ ਪੰਜਾਬ ਪੁਲਿਸ ਦੀ ਗ੍ਰਿਫਤ ਵਿੱਚ ਹੈ। ਲਾਰੈਂਸ ਤੋਂ ਲਗਾਤਾਰ ਵੱਖ-ਵੱਖ ਮਾਮਲਿਆਂ ਵਿੱਚ ਪੁੱਛਗਿੱਛ ਜਾਰੀ ਹੈ। ਦੂਜੇ ਪਾਸੇ ਗੋਲਡੀ ਬਰਾੜ ਹਜੇ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ, ਕੈਨੇਡਾ ਵਿੱਚ ਲੁਕਿਆ ਹੋਇਆ ਹੈ। ਉਥੋਂ ਪੰਜਾਬ, ਹਰਿਆਣਾ, ਦਿੱਲੀ ਤੇ ਰਾਜਸਥਾਨ ਦੇ ਵਿੱਚ ਕਈ ਗੈਂਗਸਟਰਾਂ ਦੇ ਨਾਲ ਮਿਲ ਕੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਵੀ ਦਿੰਦਾ ਹੈ। ਬੀਤੇ ਵਕਤ ਵਿੱਚ ਗੋਲਡੀ ਬਰਾੜ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਤੇ ਲਗਾਤਾਰ ਉਸ ਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਦੌਰਾਨ ਵੀ ਗੋਲਡੀ ਬਰਾੜ ਸੋਸ਼ਲ ਮੀਡੀਆ ਦੇ ਜ਼ਰੀਏ ਧਮਕੀਆਂ ਦਿੰਦਾ ਨਜ਼ਰ ਆਇਆ ਹੈ। ਜ਼ਿਕਰ ਹੋ ਗਿਆ ਕਿ ਕੁਝ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਦੇ ਵਿੱਚ NIA ਦੇ DG, ਦਿੱਲੀ ਪੁਲਿਸ ਕਮਿਸ਼ਨਰ ਸਣੇ ਕਈ ਅਧਿਕਾਰੀਆਂ ਦੀ ਅਹਿਮ ਮੀਟਿੰਗ ਹੋਈ ਸੀ ਤੇ ਇਸ ਮੀਟਿੰਗ ਦੇ ਵਿੱਚ ਗੈਂਗਸਟਰਾਂ ਦੇ ਖਿਲਾਫ ਸਖਤ ਐਕਸ਼ਨ ਲੈਣ ਨੂੰ ਲੈ ਕੇ ਚਰਚਾ ਹੋਈ ਤੇ ਹੁਣ ਲਾਰੈਂਸ ਤੇ ਗੋਲਡੀ ਬਰਾੜ ਸਣੇ ਕਈ ਗੈਂਗਸਟਰਾਂ ਤੇ UAPA ਦੇ ਤਹਿਤ ਮਾਮਲੇ ਦਰਜ ਕੀਤੇ ਗਏ ਨੇ ਤੇ ਜਲਦ ਇਹਨਾਂ ਨੂੰ ਹਿਰਾਸਤ ਵਿੱਚ ਲੈ ਕੇ NIA ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਦਿੱਲੀ ਤੋਂ ਸ਼ੰਕਰ ਆਨੰਦ ਦੀ ਰਿਪੋਰਟ, ਨਿਊਜ਼ 18 ਪੰਜਾਬ। ਅੱਗੇ ਵਧਿਆਂ ਤਾਂ ਸਿੱਧੂ ਮੂਸੇਵਾਲਾ ਦੀ ਹਵੇਲੀ ਤੇ ਜਰਮਨੀ ਤੋਂ ਇੱਕ ਪੰਜਾਬੀ ਜੋੜਾ ਆਪਣੇ ਪਰਿਵਾਰ ਸਮੇਤ ਪਹੁੰਚਿਆ ਤੇ ਇੱਥੇ ਪਹੁੰਚ ਕੇ ਪਰਿਵਾਰ ਭਾਵੁਕ ਹੋ ਗਿਆ। ਸਿੱਧੂ ਮੂਸੇਵਾਲਾ ਦੀ ਮੌਤ ਨੂੰ 3 ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਨੇ। ਲੋਕਾਂ ਦਾ ਪਿਆਰ ਉਸ ਦੇ ਲਈ ਘੱਟ ਨਹੀਂ ਹੋਇਆ। ਉਸ ਦੇ ਫੈਨ ਅੱਜ ਵੀ ਉਸੇ ਦੇ ਗੀਤ ਸੁਣ ਰਹੇ ਨੇ ਤੇ ਉਸ ਦੀ ਹਵੇਲੀ ਵੇਖਣ, ਉਸ ਦੀ ਯਾਦਗਾਰ ਤੇ ਸਿਜਦਾ ਕਰਨ ਦੇ ਲਈ ਪਹੁੰਚ ਰਹੇ ਨੇ। ਜਰਮਨੀ ਤੋਂ ਸਿੱਧੂ ਦੇ ਫੈਨ ਪਿੰਡ ਮੂਸਾ ਪਹੁੰਚੇ। ਜਰਮਨੀ ਵਿੱਚ ਵਸਦਾ ਪੰਜਾਬੀ ਪਰਿਵਾਰ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਾਰੇ ਹੀ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ। ਅਕਸ਼ੇ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਹੀ ਗੀਤ ਸੁਣਦੇ ਨੇ ਤੇ ਸੁਣਦੇ ਰਹਿਣਗੇ। ਉਹਨਾਂ ਨੇ ਦੱਸਿਆ ਕਿ ਬੱਚੇ ਵੀ ਸਿੱਧੂ ਦੇ ਹੀ ਗੀਤ ਸੁਣਦੇ ਨੇ ਤੇ ਉਸ ਦੀ ਹਵੇਲੀ ਤੇ ਆਉਣਾ ਚਾਹੁੰਦੇ ਸੀ, ਪਰ ਸਿੱਧੂ ਦੇ ਮਾਪਿਓ ਦੇ ਨਾਲ ਮੁਲਾਕਾਤ ਨਹੀਂ ਹੋ ਸਕੀ। ਸਿੰਗਰ ਆਇਆ ਸੀਗਾ ਮੂਸੇਵਾਲਾ, ਆਣੇ ਸੁਣਦੇ ਸੀਗੇ, ਹੱਲੇ ਵੀ ਨਹੀਂ ਸੁਣਦੇ ਪਏ ਆ ਤੇ ਅੱਗੇ ਸੁਣਦੇ ਰਵਾਂਗੇ ਨਹੀਂ। ਤੇ ਬਾਕੀ ਆਏ ਸੀਗੇ ਪਰਿਵਾਰ ਨੂੰ ਮਿਲਣ, ਹਾਲੇ ਤਾਂ ਮੌਕਾ ਮਿਲਿਆ ਨਹੀਂ ਮਿਲਣ ਦਾ। ਪੂਰੀ ਫੈਮਿਲੀ ਦੇਖ ਲਓ, 10 ਜਣੇ ਆਏ ਆ ਬੱਚੇ ਸਮੇਤ। ਬੱਚੇ ਜ਼ਿਆਦਾ ਥੋੜੇ ਫੈਨ ਕਹਿੰਦੇ ਜਾਣਾ ਹੀ ਜਾਣਾ ਜਦੋਂ ਮਰਜ਼ੀ ਹੋਵੇ, ਤਾਂ ਕਰਕੇ ਸਪੈਸ਼ਲੀ ਇੱਥੇ ਆਏ ਆ ਇਹਨਾਂ ਨੂੰ ਲੈ ਕੇ ਨਾਲ। ਇਸ ਦੌਰਾਨ ਜਰਮਨੀ ਤੋਂ ਪਰਤੀ ਰਾਜਵੀਰ ਕੌਰ ਭਾਵੁਕ ਹੋ ਗਈ ਤੇ ਫੁੱਟ ਕੇ ਰੋਣ ਲੱਗ ਪਈ। ਰਾਜਵੀਰ ਨੇ ਬਾਂਹ ਤੇ ਸਿੱਧੂ ਮੂਸੇਵਾਲਾ ਦੇ ਨਾਂ ਦਾ ਟੈਟੂ ਵੀ ਬਣਵਾਇਆ ਹੋਇਆ ਹੈ। ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆ ਤੋਂ ਚਲਾ ਗਿਆ, ਪਰ ਆਪਣੇ ਚਾਹਣ ਵਾਲਿਆਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ। ਰੋਜ਼ ਹੀ ਸਿੱਧੂ ਮੂਸੇਵਾਲਾ ਦੀ ਯਾਦਗਾਰ ਨੂੰ ਸਿਜਦਾ ਕਰਨ ਦੇ ਲਈ ਉਸਦੇ ਚਾਹਣ ਵਾਲੇ ਪਿੰਡ ਮੂਸਾ ਪਹੁੰਚਦੇ ਨੇ।
ਮਾਨਸਾ ਤੋਂ ਬਲਦੇਵ ਸ਼ਰਮਾ ਦੀ ਰਿਪੋਰਟ, ਨਿਊਜ਼ 18 ਪੰਜਾਬ। ਉਧਰ ਸੋਨਾਲੀ ਫੋਗਾਟ ਮੌਤ ਮਾਮਲੇ ਦੇ ਵਿੱਚ ਹੁਣ ਪ੍ਰਾਪਰਟੀ ਕਨੈਕਸ਼ਨ ਸਾਹਮਣੇ ਆ ਰਿਹਾ ਤੇ ਪੁਲਿਸ ਨੂੰ ਇਸ ਗੱਲ ਦਾ ਉਹਨਾਂ ਦੇ ਵੱਲੋਂ ਖੁਲਾਸਾ ਵੀ ਕੀਤਾ ਗਿਆ ਕਿ ਸੋਨਾਲੀ ਦੀ ਮੌਤ ਪਿੱਛੇ ਉਸ ਦਾ ਮੁੱਖ ਕਾਰਨ ਇਸ ਦੀ 100 ਕਰੋੜ ਦੀ ਪ੍ਰਾਪਰਟੀ ਸੀ ਜਿਸ ਤੇ ਉਸ ਦੇ ਪੀਏ ਦੀ ਅੱਖ ਸੀ। ਸੋਨਾਲੀ ਦੀ ਮੌਤ ਦੇ ਮਾਮਲੇ ਦਾ ਪ੍ਰਾਪਰਟੀ ਕਨੈਕਸ਼ਨ, 100 ਕਰੋੜ ਦੀ ਪ੍ਰਾਪਰਟੀ ਦੇ ਲਈ ਕਤਲ, ਪੁਲਿਸ ਦੀ ਰਡਾਰ ਤੇ ਪੀਏ ਸੁਧੀਰ ਸੰਘਵਾਨ। ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਦੇ ਵਿੱਚ ਹੁਣ ਵੱਡਾ ਖੁਲਾਸਾ ਹੋਇਆ ਹੈ। ਪੀਏ ਸੁਧੀਰ ਸੰਘਵਾਨ ਦੀ ਸੋਨਾਲੀ ਦੀ 100 ਕਰੋੜ ਦੀ ਪ੍ਰਾਪਰਟੀ ਤੇ ਅੱਖ ਸੀ। ਸੁਧੀਰ ਸੋਨਾਲੀ ਦੇ ਫਾਰਮ ਹਾਊਸ ਅਤੇ ਖੇਤੀ ਦੀ ਜ਼ਮੀਨ ਨੂੰ ਹੜੱਪਣਾ ਚਾਹੁੰਦਾ ਸੀ। ਇਸ ਸੰਬੰਧੀ ਸੁਧੀਰ ਕਈ ਵਾਰ ਤਹਿਸੀਲ ਵੀ ਗਿਆ ਪਰ ਸੋਨਾਲੀ ਦੇ ਤਹਿਸੀਲ ਵਿੱਚ ਨਾ ਜਾਣ ਕਰਕੇ ਉਸ ਨੂੰ ਲੀਜ਼ ਨਾ ਮਿਲ ਸਕੀ। ਇੱਕ ਨਿਗਾਹ ਉਹਨਾਂ ਪਹਿਲੂਆਂ ਤੇ ਮਾਰਦਿਆਂ ਜਿਨ੍ਹਾਂ ਦੇ ਆਧਾਰ ਤੇ ਸ਼ੱਕ ਦੀ ਸੂਈ ਸੁਧੀਰ ਸੰਘਵਾਨ ਤੇ ਆ ਕੇ ਰੁਕਦੀ ਹੈ। 17 ਅਗਸਤ ਨੂੰ ਸੁਧੀਰ ਨੇ ਕੰਪਿਊਟਰ ਆਪਰੇਟਰ ਨੂੰ ਫਾਰਮ ਹਾਊਸ ਦੇ ਵਿੱਚ ਰਖਵਾਇਆ। 21 ਅਗਸਤ ਨੂੰ ਸੁਧੀਰ ਨੇ ਸੋਨਾਲੀ ਦੇ ਬਾਡੀਗਾਰਡ ਨੂੰ ਛੁੱਟੀ ਤੇ ਭੇਜਿਆ। 23 ਅਗਸਤ ਨੂੰ ਗੋਆ ਤੋਂ ਸੋਨਾਲੀ ਦੀ ਮੌਤ ਦੀ ਖਬਰ ਆਉਂਦੀ ਹੈ, ਜਿਸ ਤੋਂ ਬਾਅਦ 23 ਅਗਸਤ ਨੂੰ ਹੀ ਫਾਰਮ ਹਾਊਸ ਦਾ ਕੇਅਰ ਟੇਕਰ ਫਰਾਰ ਹੋ ਜਾਂਦਾ ਹੈ। 31 ਅਗਸਤ ਨੂੰ ਕੇਅਰ ਟੇਕਰ ਸ਼ਿਵਮ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈਂਦੀ ਹੈ ਅਤੇ ਫਾਰਮ ਹਾਊਸ ਦੇ ਸੀਸੀਟੀਵੀ ਤੇ ਡੀਵੀਆਰ ਨੂੰ ਬਰਾਮਦ ਕਰਦੀ ਹੈ। ਸੋਨਾਲੀ ਫੋਗਾਟ ਦੇ ਕੋਲ 100 ਕਰੋੜ ਦੀ ਪ੍ਰਾਪਰਟੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਸ ਵਿੱਚ 13 ਏਕੜ ਖੇਤੀ ਵਾਲੀ ਜ਼ਮੀਨ, ਸਿਰਸਾ ਰੋਡ ਤੇ ਇੱਕ ਫਾਰਮ ਹਾਊਸ, ਗੁਰੂਗ੍ਰਾਮ ਦੇ ਵਿੱਚ ਸੋਨਾਲੀ ਦੇ 2 ਫਲੈਟ, ਨੋਇਡਾ ਦੇ ਸੈਕਟਰ 52 ਦੇ ਵਿੱਚ ਇੱਕ ਫਲੈਟ, ਗੰਗਵਾ ਪਿੰਡ ਵਿੱਚ ਸੋਨਾਲੀ ਦਾ ਫਲੈਟ, ਸੰਤ ਨਗਰ ਦੇ ਵਿੱਚ ਇੱਕ ਕੋਠੀ ਤੇ ਕਈ ਦੁਕਾਨਾਂ, 3 ਗੱਡੀਆਂ ਤੇ 50 ਤੋਲੇ ਤੋਂ ਵੱਧ ਸੋਨਾ। ਮਾਮਲੇ ਦੀ ਤਫਤੀਸ਼ ਦੇ ਲਈ ਗੋਆ ਪੁਲਿਸ ਵੱਲੋਂ ਹਿਸਾਰ ਦੇ ਸੰਤ ਨਗਰ ਦੇ ਵਿੱਚ ਸੋਨਾਲੀ ਦੀ ਕੋਠੀ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੇ ਨਾਲ-ਨਾਲ ਸੋਨਾਲੀ ਫੋਗਾਟ ਦੇ ਹੋਰਨਾਂ ਘਰਾਂ ਦੀ ਵੀ तलाशी ली जाएगी। सोनाली फोगाट हत्याकांड में गोवा पुलिस जांच कर रही है और अब उस जांच का दायरा गोवा से बाहर हरियाणा तक आ पहुंचा है। पहले हिसार पहुंची है और माना जा रहा है कि उसके बाद गोवा पुलिस गुरुग्राम के इसी गुरुग्राम ग्रीन सोसाइटी में भी आएगी, क्योंकि यहीं पर सोनाली फोगाट और सुधीर संघवान किराए के एक फ्लैट में रहते थे। ਦੂਜੇ ਪਾਸੇ ਪਰਿਵਾਰ ਦੇ ਵੱਲੋਂ ਲਗਾਤਾਰ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸੇ ਮੰਗ ਨੂੰ ਲੈ ਕੇ ਸੋਨਾਲੀ ਦੇ ਪਰਿਵਾਰ ਨੇ ਮੁੜ ਤੋਂ ਸੀਐਮ ਮਨੋਹਰ ਲਾਲ ਖੱਟਰ ਦੇ ਨਾਲ ਮੁਲਾਕਾਤ ਕੀਤੀ। देखो ये आए हैं, घर चेक करें, इनको यहाँ से कुछ मिला नहीं है और कल जो हमारे पास जो डॉक्यूमेंट्स हम इनको दे दिए जो भी हमारे पास थे। हाँ जी। तो जिस तरह से अमन पूनिया जी ने आरोप लगाए कि ये राजनीतिक हत्या हो सकती है, तो उस एंगल से भी वो तो देखो ऐसे है, जब भी तो हम सीबीआई की जांच कर रहे हैं बार बार किस वजह से उनकी हत्या हुई है और क्यों करी गई, तो वो तो वही पूछे उनसे, पुलिस अच्छे से पूछेगी तो बता पाएगी। ਸੋਨਾਲੀ ਮੌਤ ਮਾਮਲੇ ਵਿੱਚ ਹੁਣ ਪ੍ਰਾਪਰਟੀ ਕਨੈਕਸ਼ਨ ਸਾਹਮਣੇ ਆ ਰਿਹਾ ਹੈ। ਦੇਖਣਾ ਹੋਵੇਗਾ ਕਿ ਪੁਲਿਸ ਇਸ ਗੁੰਝਲਦਾਰ ਗੁੱਥੀ ਨੂੰ ਕਦੋਂ ਤੇ ਕਿਵੇਂ ਸੁਲਝਾਉਂਦੀ ਹੈ। ਬਿਊਰੋ ਰਿਪੋਰਟ, ਨਿਊਜ਼ 18। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਜਲਦੀ ਵਾਪਸ ਆਉਂਦੇ ਹਾਂ।